ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਾਂਝੀ ਕਮੇਟੀ ਗਠਿਤ ਕੀਤੀ ਹੈ। ਵੱਖ-ਵੱਖ ਵਿਚਾਰਧਾਰਾ ਵਾਲੇ ਵਿਅਕਤੀ ਇਹ ਕਮੇਟੀ ਦੇ ਵਿੱਚ ਪਾ ਤਾਂ ਦਿੱਤੇ ਹੈ। ਕੀ ਇਹ ਸਾਰੇ ਸਿਰ ਜੋੜ ਕੇ ਇਕੱਠੇ ਬੈਠਣਗੇ? ਉੱਥੇ ਬਲਜੀਤ ਸਿੰਘ ਦਾਦੂਵਾਲ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਤੋਂ ਪਰਿਵਾਰਵਾਦ ਨੂੰ ਖਤਮ ਕਰ ਲਵੇ ਔਰ ਸਿੱਖਾਂ ਦੇ ਕਿਸੇ ਵੀ ਮਸਲੇ ਵਾਸਤੇ ਬੁਲਾਵੇ, ਅਸੀਂ ਜੀ ਸਦਕੇ ਨੰਗੇ ਪੈਰੀ ਆਵਾਂਗੇ। ਕੀ ਪਰਿਵਾਰਵਾਦ ਇਹ ਚੋਂ ਖਤਮ ਕਰ ਲਿਆ? ਉਹ ਤਾਂ ਸਭ ਤੋਂ ਪਹਿਲੇ ਨੰਬਰ ਤੇ ਨੇ। ਇਹ ਕਿਸ ਨਤੀਜੇ ਤੱਕ ਪਹੁੰਚਦੇ ਨੇ? ਜਿਹੜਾ ਮਸਲਾ ਹੈ ਉਹ ਬਹੁਤ ਗੰਭੀਰਤਾ ਵਾਲਾ ਹੈ। ਉਹ ਸਿੱਖ ਬੰਦੀ ਜਿਹੜੇ ਲੰਬੇ ਸਮੇਂ ਤੋਂ ਆਪਣੀਆਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੇ ਵੀ ਮਨੁੱਖੀ ਅਧਿਕਾਰ ਨੇ, ਉਹਨਾਂ ਨੂੰ ਜ਼ਰੂਰ ਰਿਹਾ ਕਰਨਾ ਚਾਹੀਦਾ ਹੈ। ਚਲੋ ਜੀ, ਗੱਲ ਕੀਤੀ ਜਾਵੇ ਸੀਐਮ ਭਗਵੰਤ ਮਾਨ ਦੀ, ਤਾਂ ਅੱਜ ਉਹਨਾਂ ਦੇ ਵੱਲੋਂ ਲੋਕ ਦਰਬਾਰ ਲਗਾਇਆ ਗਿਆ। ਇਸ ਦੌਰਾਨ ਦੇਖਿਆ ਗਿਆ ਕਿ ਸ਼ਿਕਾਇਤਾਂ ਦਾ ਵੀ ਕਾਫੀ ਹੜ੍ਹ ਆਇਆ। ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਇੱਥੇ ਪਹੁੰਚੇ ਨੇ, ਜਿਸ ਕਰਕੇ ਕਿਉਂਕਿ ਲੋਕ ਜ਼ਿਆਦਾ ਪਹੁੰਚ ਗਏ, ਸ਼ਿਕਾਇਤਾਂ ਜ਼ਿਆਦਾ ਪਹੁੰਚ ਗਏ, ਉਸ ਨੂੰ ਲੈ ਕੇ ਗਰਮੀ ਦਾ ਮੌਸਮ ਸੀ ਤਾਂ ਲੋਕਾਂ ਵੱਲੋਂ ਨਾਅਰੇਬਾਜ਼ੀ ਵੀ ਸੀਐਮ ਭਗਵੰਤ ਮਾਨ ਦੇ ਖਿਲਾਫ ਕੀਤੀ ਗਈ ਹੈ। ਮੈਨੂੰ ਲੱਗਦਾ ਭਗਵੰਤ ਸਿੰਘ ਮਾਨ ਜਿਹੜੇ ਕੰਮ ਕਰ ਰਹੇ ਨੇ ਉਹ ਅੱਗਾ ਦੌੜ ਪਿੱਛਾ ਚੌੜ ਵਾਲੇ ਕਰ ਰਹੇ ਨੇ। ਜਾਂ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਕਾਹਲ ਹੈ ਕਿ ਪਤਾ ਨਹੀਂ ਇਹ ਕੁਰਸੀ ਕਦੋਂ ਕੁ ਤੱਕ ਹੈ। ਖਾੜਕੂਬਾਦ ਦੇ ਵੇਲੇ ਨੂੰ ਖੁੱਲਾ ਦਰਬਾਰ ਕਹਿੰਦੇ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸੰਗਤ ਦਰਸ਼ਨ ਕਹਿੰਦੇ ਸੀ। ਜਨਤਾ ਦਰਬਾਰ ਲਾ ਕੇ ਭਗਵੰਤ ਮਾਨ ਵੀ ਇੱਕ ਵਾਰ ਫੇਰ ਸੰਗਤ ਦੇ ਦਰਸ਼ਨ ਕਰਨਾ ਚਾਹੁੰਦਾ ਸੀ। ਪ੍ਰਬੰਧਾਂ ਦਾ ਜਨਾਜ਼ਾ ਨਿਕਲ ਗਿਆ ਤੇ ਪੁਲਿਸ ਵਾਲਿਆਂ ਨੇ ਬਹੁਤਿਆਂ ਨੂੰ ਅੰਦਰੇ ਨਹੀਂ ਜਾਣ ਦਿੱਤਾ। ਕੁਝ ਲੋਕ ਉੱਥੇ ਆਪਣੀਆਂ ਵਾਈਟਾਂ ਦੇ ਵਿੱਚ ਕਹਿ ਰਹੇ ਨੇ ਕਿ ਜਿਹੜੇ ਤਾਂ ਇਹਨਾਂ ਦੇ ਨੇ ਉਹਨਾਂ ਨੂੰ ਤਾਂ ਹੇਠ ਦੀ ਲੰਘਾਇਆ ਜਾ ਰਿਹਾ ਹੈ ਤੇ ਦੂਜੇ ਇੱਥੇ ਕੜਕਦੀ ਧੁੱਪ ਦੇ ਵਿੱਚ ਖੜੇ ਆ। ਜੀ ਢਿੱਲੋਂ ਜੀ, ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਬਜ਼ਾ ਛੁਡਾਊ ਮੁਹਿੰਮ ਦੇ ਖਿਲਾਫ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਨੂੰ ਉਜਾੜਨ ਤੇ ਲੱਗੀ ਹੋਈ ਹੈ। ਜਿਨ੍ਹਾਂ ਲੋਕਾਂ ਨੇ ਕਈ ਸਾਲਾਂ ਦੇ ਉੱਤੇ ਆਪਣੇ ਘਰ ਵੀ ਬਣਾ ਲਏ ਨੇ, ਉਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਵੀ ਇਹ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ। ਉਹ ਇਹ ਕਹਿੰਦੇ ਨੇ ਉਜਾੜਿਆ ਜਾ ਰਿਹਾ ਹੈ। ਲੋਕ ਇਹ ਕਹਿੰਦੇ ਨੇ ਕਿ ਫਿਕਰ ਪੈ ਗਿਆ। ਇਹਨਾਂ ਚੋਂ ਕਈਆਂ ਨੇ ਜ਼ਮੀਨਾਂ ਹੜੱਪੀਆਂ ਵੀਆਂ ਨੇ। ਲੋਕਾਂ ਦੇ ਵਿੱਚ ਤਾਂ ਸ਼੍ਰੋਮਣੀ ਕਮੇਟੀ ਵਾਲਾ ਵੀ ਆ ਗਿਆ। ਜਿਹੜੀ 9 ਮੈਂਬਰੀ ਕਮੇਟੀ ਬਣੀ ਹੈ, ਇਹ ਪ੍ਰਧਾਨ ਸਾਹਿਬ ਕੋਲੇ ਬਹਿ ਕੇ ਇਹ ਵੀ ਕਹਦੇ ਵੀ ਜਿਨ੍ਹਾਂ ਨੇ ਇਹ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਤੇ ਕਬਜ਼ਾ ਕੀਤਾ ਵਾ, ਜਿਹੜੇ ਇੱਥੇ ਬੈਠੇ ਨੇ ਉਹਨਾਂ ਚੋਂ ਕੋਈ ਹੈ ਤਾਂ ਨਹੀਂ। ਇਹ ਸ਼੍ਰੋਮਣੀ ਅਕਾਲੀ ਦਲ ਦਾ ਅੰਦਰਲੀ ਚੀਜ਼ ਪੈਦਾ ਹੋਈ ਹੈ, ਕਿਉਂਕਿ ਜ਼ਮੀਨਾਂ ਹੜੱਪਣ ਦੇ ਵਿੱਚ ਇਹਨਾਂ ਵਾਲੇ ਵੀ ਸ਼ਾਮਲ ਨੇ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਸੀਐਮ ਭਗਵੰਤ ਮਾਨ ਦੇ ਦਰਬਾਰ ਦੇ ਵਿੱਚ ਅੱਜ ਲੋਕ ਸ਼ਿਕਾਇਤਾਂ ਲੈ ਕੇ ਪਹੁੰਚੇ ਤੇ ਲੋਕਾਂ ਦਾ ਹੜ੍ਹ ਉੱਥੇ ਦੇਖਣ ਨੂੰ ਮਿਲਿਆ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਾਂਝੀ ਕਮੇਟੀ ਗਠਿਤ ਕੀਤੀ ਹੈ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਬਜ਼ਾ ਛੁਡਾਊ ਮੁਹਿੰਮ ਖਿਲਾਫ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਗੱਲਬਾਤ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਨੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਸ਼ੁਕਰੀਆ, ਬਹੁਤ-ਬਹੁਤ ਮਿਹਰਬਾਨੀ ਜੀ। ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਾਂਝੀ ਕਮੇਟੀ ਗਠਿਤ ਕੀਤੀ ਹੈ। ਪਿਛਲੇ 11 ਮਈ ਨੂੰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਇੱਕ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਕਮੇਟੀ ਸੱਦੀ ਸੀ। ਇੱਕ ਮੀਟਿੰਗ ਸੱਦੀ ਸੀ ਵੱਖ-ਵੱਖ ਜਥੇਬੰਦੀਆਂ ਦੀ। ਉਹਦੇ ਵਿੱਚ ਤਕਰੀਬਨ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਹਦੇ ਵਿੱਚ ਅੱਜ ਉਹਨਾਂ ਨੇ ਇੱਕ 9 ਮੈਂਬਰੀ ਕਮੇਟੀ ਬਣਾਤੀ ਹੈ, ਜਿਹੜੀ ਇਸ ਮਾਮਲੇ ਦੇ ਵਿੱਚ ਅੱਗੇ ਗੱਲਬਾਤ ਕਰੇਗੀ। 19 ਤਰੀਕ ਨੂੰ ਜੀ, ਬੁੱਧਵਾਰ ਵਾਲੇ ਦਿਨ, ਇਹਦੀ ਵੀਰਵਾਰ ਵਾਲੇ ਦਿਨ 19 ਤਰੀਕ ਨੂੰ ਇੱਕ ਪਲੇਠੀ ਮੀਟਿੰਗ ਹੋਣ ਜਾ ਰਹੀ ਹੈ। ਇਹਦੇ ਵਿੱਚ ਜਿਹੜੇ ਮੈਂਬਰ ਪਾਏ ਗਏ ਨੇ ਉਹ ਕੌਣ-ਕੌਣ ਨੇ? ਕਹਿੰਦੇ ਸਭ ਤੋਂ ਪਹਿਲਾਂ ਇਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸੰਤ ਸਮਾਜ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ, ਨਿਹੰਗ ਸਿੰਘ ਜਥਿਆਂ 'ਚੋਂ ਤਰਨਾ ਦਲ ਹਰੀਆਂ ਬੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ,
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਵੱਖ-ਵੱਖ ਵਿਚਾਰਧਾਰਾ ਵਾਲੇ ਵਿਅਕਤੀ ਇਹ ਕਮੇਟੀ ਦੇ ਵਿੱਚ ਪਾ ਤਾਂ ਦਿੱਤੇ ਹੈ। ਕੀ ਇਹ ਸਾਰੇ ਸਿਰ ਜੋੜ ਕੇ ਇਕੱਠੇ ਬੈਠਣਗੇ? ਕਿਉਂਕਿ 11 ਤਰੀਕ ਨੂੰ ਪਿਛਲੇ 11 ਤਰੀਕ ਨੂੰ ਤਾਂ ਬੈਠ ਗਏ ਸੀ। ਉੱਥੇ ਬਲਜੀਤ ਸਿੰਘ ਦਾਦੂਵਾਲ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਤੋਂ ਪਰਿਵਾਰਵਾਦ ਨੂੰ ਖਤਮ ਕਰ ਲਵੇ ਔਰ ਸਿੱਖਾਂ ਦੇ ਕਿਸੇ ਵੀ ਮਸਲੇ ਵਾਸਤੇ ਬੁਲਾਵੇ, ਅਸੀਂ ਜੀ ਸਦਕੇ ਨੰਗੇ ਪੈਰੀ ਆਵਾਂਗੇ। ਕੀ ਪਰਿਵਾਰਵਾਦ ਇਹ ਚੋਂ ਖਤਮ ਕਰ ਲਿਆ? ਉਹ ਤਾਂ ਸਭ ਤੋਂ ਪਹਿਲੇ ਨੰਬਰ ਤੇ ਨੇ। ਇਹ ਕਿਸ ਨਤੀਜੇ ਤੱਕ ਪਹੁੰਚਦੇ ਨੇ? ਜਿਹੜਾ ਮਸਲਾ ਹੈ ਉਹ ਬਹੁਤ ਗੰਭੀਰਤਾ ਵਾਲਾ ਹੈ। ਉਹ ਸਿੱਖ ਬੰਦੀ ਜਿਹੜੇ ਲੰਬੇ ਸਮੇਂ ਤੋਂ ਆਪਣੀਆਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੇ ਵੀ ਮਨੁੱਖੀ ਅਧਿਕਾਰ ਨੇ। ਉਹਨਾਂ ਨੂੰ ਜ਼ਰੂਰ ਰਿਹਾ ਕਰਨਾ ਚਾਹੀਦਾ ਹੈ। ਪਰ ਮੈਂ ਇੱਕ ਗੱਲ ਪੁੱਛਦਾ ਹਾਂ, ਬਖਤੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ ਸਾਡੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਿ ਬਾਦਲ ਸਾਹਿਬ ਤੁਸੀਂ ਬੇਲੇ ਦੇ ਰਾਹ ਕਿਤੇ ਕਬੇਲੇ ਦੀਆਂ ਟੱਕਰਾਂ ਤਾਂ ਨਹੀਂ ਮਾਰਨ ਲੱਗੇ ਵੇ? ਲੋਕਾਂ ਦੇ ਵਿੱਚ ਇੱਕ ਚਰਚਾ ਹੈ ਕਿ ਸਿੱਖ ਮੰਗਾਂ ਨੂੰ ਅੱਗੇ ਕਰਕੇ ਇਹ ਪਰਿਵਾਰ ਦੁਬਾਰਾ ਸਿਆਸੀ ਜ਼ਮੀਨ ਤਲਾਸ਼ਣ ਤੇ ਲੱਗਿਆ ਹੋਇਆ। ਇਹ ਬਹੁਤ ਸਾਰੀਆਂ ਜਥੇਬੰਦੀਆਂ ਨੇ ਕਿਹਾ। ਬਲਦੇਵ ਸਿੰਘ ਸਰਸਾ ਉੱਥੇ ਗਏ, ਇਸ ਮੀਟਿੰਗ 'ਚ ਇਸ ਕਰਕੇ ਸ਼ਾਮਲ ਹੀ ਹੋਏ। ਉਹਨਾਂ ਨੇ ਕਿਹਾ ਕਿ ਉਹੀ ਪਰਿਵਾਰ ਤਾਂ ਫੇਰ ਬੈਠਾ ਜਿਹੜਾ ਪਰਿਵਾਰਵਾਦ ਹੈ। ਉਹ ਵਾਪਸ ਆ ਕੇ ਨਹੀਂ ਵਿੱਚ ਸ਼ਾਮਲ ਹੋਏ। ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸਾਹਿਬ ਬੜੇ ਇਲਜ਼ਾਮ ਲਾਉਂਦੇ ਨੇ, ਉਹਨਾਂ ਲੋਕਾਂ ਨੂੰ ਤਾਂ ਇਹਦੇ ਵਿੱਚ ਸ਼ਾਮਲ ਵੀ ਨਹੀਂ ਕੀਤਾ ਗਿਆ। ਸੋ ਅਕਾਲੀ ਦਲ ਦੇ ਪ੍ਰਧਾਨ ਇਸ ਗੱਲ ਦਾ ਸੰਗਤਾਂ ਨੂੰ ਜਵਾਬ ਦੇਣ, ਜਦੋਂ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸੀ ਤੇ ਸਾਰਾ ਕਬਜ਼ਾ ਤੁਹਾਡਾ ਸੀ, ਉਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਉਹ ਬੰਦੀ ਸਿੱਖਾਂ ਨੂੰ ਰਿਹਾ ਕਰਨਗੇ। ਨਵੰਬਰ 19 ਤੋਂ ਲੈ ਕੇ 12 ਸਤੰਬਰ 2020 ਤੱਕ ਤੁਸੀਂ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਵਜ਼ੀਰ ਰਹੇ, ਮੰਤਰੀ ਮੰਡਲ ਦੀਆਂ ਬੈਠਕਾਂ 'ਚ ਬੈਠੇ ਰਹੇ, ਅਤੇ ਉਦੋਂ ਤੁਹਾਨੂੰ ਕਿਉਂ ਨਾ ਇਹ ਚੇਤਾ ਆਇਆ? ਅੱਜ ਜਦੋਂ ਤੁਹਾਡੀਆਂ ਸੀਟਾਂ ਹੀ 3 ਰਹਿ ਗਈਆਂ ਨੇ, ਲੋਕਾਂ ਦੇ ਵਿੱਚ ਆਮ ਚਰਚਾ ਸੀ ਕਿ ਜਦੋਂ ਇਹ ਸੱਤਾ 'ਚ ਬੈਠ ਜਾਂਦੇ ਨੇ ਇਹਨਾਂ ਨੂੰ ਸਭ ਕੁਝ ਭੁੱਲ ਜਾਂਦਾ ਹੈ, ਤੇ ਜਦੋਂ ਸੱਤਾ ਤੋਂ ਬਾਹਰ ਹੋ ਜਾਂਦੇ ਨੇ ਪੰਥ ਜਾਗ ਪੈਂਦਾ, ਉਹਦਾ ਮੋਹ ਜਾਗ ਪੈਂਦਾ ਹੈ। ਮੈਂ ਜਿਸ ਇਸ਼ੂ ਦੇ ਉੱਤੇ ਇਕੱਠੇ ਹੋ ਕੇ ਤੁਰਨ ਲੱਗੇ ਨੇ ਉਹਦੀ ਵਿਰੋਧਤਾ ਨਹੀਂ ਕਰਦਾ, ਉਹ ਬਹੁਤ ਵੱਡਾ ਇਸ਼ੂ ਹੈ। ਇਹ ਤਾਂ 9 ਮੈਂਬਰੀ ਕਮੇਟੀ ਬਣੀ ਆ, ਮੈਂ ਸਮਝਦਾ ਕਿ 9 ਦੀ ਬਜਾਏ ਭਾਵੇਂ 90 ਮੈਂਬਰੀ ਕਮੇਟੀ ਬਣਾ ਲਓ, ਬਾਕੀਆਂ ਨੂੰ ਵੀ ਨਾਲ ਜੋੜੋ, ਉਹਨਾਂ ਨੂੰ ਪਾਸੇ ਕਿਉਂ ਛੱਡਿਆ? ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੀ ਵੀ ਪਾਰਟੀ ਆਪਦਾ ਯੋਗਦਾਨ ਪਾਉਣਾ ਚਾਹੁੰਦੀ ਆ ਪਾਵੇ, ਪਰ ਉਹਨਾਂ ਦਾ ਛੁਟਕਾਰਾ ਜ਼ਰੂਰ ਹੋਵੇ। ਜਿਹੜਾ ਹੋਇਆ ਨਹੀਂ ਕਿਤੇ ਇਹ ਤਾਂ ਨਹੀਂ ਇਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਵੀ ਚੁਣੌਤੀ ਹੋਵੇਗੀ, ਕਿਉਂਕਿ ਪ੍ਰੋਫੈਸਰ ਦਵਿੰਦਰ ਸਿੰਘ ਪਾਲ ਸਿੰਘ ਭੁੱਲਰ ਵਾਲੇ ਮਾਮਲੇ 'ਚ ਉਹਨਾਂ ਦਾ ਜਿਹੜਾ ਜੇਲ੍ਹ ਮੰਤਰੀ, ਉਹ ਚੇਅਰਮੈਨ ਹੈ ਕਮੇਟੀ ਦਾ, ਸਤਿੰਦਰ ਜੈਨ, ਉਹਨੇ ਇਹਨੂੰ ਫੈਸਲਾ ਕਿਉਂ ਨਾ ਕੀਤਾ? ਤੇ ਜਿਹੜੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦਵਿੰਦਰਪਾਲ ਭੁੱਲਰ ਬਾਰੇ ਬੜਾ ਚੇਤਾ ਆਇਆ ਹੈ,
ਬੜੀ ਚਿੰਤਾ ਹੋਈ ਹੈ। ਤੇ ਭਾਈ ਰਣਜੀਤ ਸਿੰਘ ਸ਼ਰੇਆਮ ਆਖਦੇ ਨੇ ਕਿ ਸੁਖਬੀਰ ਸਿੰਘ ਜੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨਾਲ ਜੋ ਵਿਹਾਰ ਹੋਇਆ ਉਹ ਕਿਹਨੇ ਕੀਤਾ? ਉਹ ਉਸ ਬੰਦੇ ਨੇ ਕੀਤਾ ਜਿਹਨੂੰ ਤੁਸੀਂ ਪੰਜਾਬ ਪੁਲਿਸ ਦਾ ਮੁਖੀ ਲਾਇਆ। ਤੇ ਉਦੋਂ ਤੁਸੀਂ ਉਹਨੂੰ ਪੰਜਾਬ ਪੁਲਿਸ ਦਾ ਮੁਖੀ ਲਾਇਆ ਕਿ ਉਹ ਜਿਹੜਾ ਜਿਹਦੇ ਹੱਥ ਸਿੱਖ ਨੌਜਵਾਨਾਂ ਦੇ ਖੂਨ ਵਿੱਚ ਰੰਗੇ ਹੋਏ ਨੇ। ਇਹਦਾ ਜਵਾਬ ਅਜੇ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਨਹੀਂ। ਜਿਹੜੇ ਇਸ਼ੂ ਤੇ ਤੁਸੀਂ ਇਕੱਠੇ ਹੋਏ ਹੋ, ਇਹਦਾ ਮੈਂ ਸਵਾਗਤ ਕਰਦਾ ਕਿ ਇਹ ਜ਼ਰੂਰ ਹੋਣਾ ਚਾਹੀਦਾ, ਪਰ ਤੁਸੀਂ ਥੋੜਾ ਜਿਹਾ ਪਿਛੋਕੜ ਤੇ ਵੀ ਝਾਤ ਮਾਰ ਲਓ ਕਿ ਜਦੋਂ ਸੱਤਾ ਸੀ, ਤੁਹਾਡੇ ਕੋਲੇ ਸਾਰਾ ਕੁਝ ਸੀ, ਉਦੋਂ ਤੁਸੀਂ ਕਿੰਨੇ ਕੁ ਗੰਭੀਰ ਨਜ਼ਰ ਆਏ ਸੀ। ਜੀ ਜੀ ਢਿੱਲੋਂ ਜੀ, ਗੱਲ ਕੀਤੀ ਜਾਵੇ ਸੀਐਮ ਭਗਵੰਤ ਮਾਨ ਦੀ ਤਾਂ ਅੱਜ ਉਹਨਾਂ ਦੇ ਵੱਲੋਂ ਲੋਕ ਦਰਬਾਰ ਲਗਾਇਆ ਗਿਆ। ਇਸ ਦੌਰਾਨ ਦੇਖਿਆ ਗਿਆ ਕਿ ਸ਼ਿਕਾਇਤਾਂ ਦਾ ਵੀ ਕਾਫੀ ਹੜ੍ਹ ਆਇਆ। ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਇੱਥੇ ਪਹੁੰਚੇ ਨੇ, ਜਿਸ ਕਰਕੇ ਕਿਉਂਕਿ ਲੋਕ ਜ਼ਿਆਦਾ ਪਹੁੰਚ ਗਏ, ਸ਼ਿਕਾਇਤਾਂ ਜ਼ਿਆਦਾ ਪਹੁੰਚ ਗਏ, ਉਸ ਨੂੰ ਲੈ ਕੇ ਗਰਮੀ ਦਾ ਮੌਸਮ ਸੀ ਤਾਂ ਲੋਕਾਂ ਵੱਲੋਂ ਨਾਅਰੇਬਾਜ਼ੀ ਵੀ ਸੀਐਮ ਭਗਵੰਤ ਮਾਨ ਦੇ ਖਿਲਾਫ ਕੀਤੀ ਗਈ ਹੈ। ਮੈਨੂੰ ਲੱਗਦਾ ਭਗਵੰਤ ਸਿੰਘ ਮਾਨ ਜਿਹੜੇ ਕੰਮ ਕਰ ਰਹੇ ਨੇ ਉਹ ਅੱਗਾ ਦੌੜ ਪਿੱਛਾ ਚੌੜ ਵਾਲੇ ਕਰ ਰਹੇ ਨੇ। ਜਾਂ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਕਾਹਲ ਹੈ ਕਿ ਪਤਾ ਨਹੀਂ ਇਹ ਕੁਰਸੀ ਕਦੋਂ ਕੁ ਤੱਕ ਹੈ, ਮੈਂ ਵੱਧ ਤੋਂ ਵੱਧ ਮਾਮਲੇ ਨਜਿੱਠ ਕੇ ਚੱਲ ਜਾ। ਇਹ ਜਿਹੜਾ ਉਹਨਾਂ ਨੇ ਲਾਇਆ, ਕਿਸੇ ਸਰਕਾਰ ਨੇ ਇਹਨੂੰ ਲੋਕ ਦਰਬਾਰ ਆਖਿਆ ਸੀ। ਖਾੜਕੂਬਾਦ ਦੇ ਵੇਲੇ ਇਹਨੂੰ ਖੁੱਲਾ ਦਰਬਾਰ ਕਹਿੰਦੇ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹਨੂੰ ਸੰਗਤ ਦਰਸ਼ਨ ਕਹਿੰਦੇ ਸੀ। ਸੰਗਤ ਦੇ ਦਰਸ਼ਨ ਕਰਦੇ ਸੀ ਜਾਂ ਨਹੀਂ ਕਰਦੇ ਸੀ। ਅੱਜ ਜਨਤਾ ਦਰਬਾਰ ਲਾ ਕੇ ਭਗਵੰਤ ਮਾਨ ਵੀ ਇੱਕ ਵਾਰ ਫਿਰ ਸੰਗਤ ਦੇ ਦਰਸ਼ਨ ਕਰਨਾ ਚਾਹੁੰਦਾ ਸੀ। ਉੱਥੇ ਬੰਦੇ ਇੰਨੇ ਕੁ ਸੱਦ ਲਏ ਕਿ ਲੋਕ ਬਹੁਤ ਦੂਰੋਂ ਦੂਰੋਂ ਆਏ। ਪ੍ਰਬੰਧਾਂ ਦਾ ਜਨਾਜ਼ਾ ਨਿਕਲ ਗਿਆ ਤੇ ਪੁਲਿਸ ਵਾਲਿਆਂ ਨੇ ਬਹੁਤਿਆਂ ਨੂੰ ਅੰਦਰੇ ਨਹੀਂ ਜਾਣ ਦਿੱਤਾ। ਕੁਝ ਲੋਕ ਉੱਥੇ ਆਪਣੀਆਂ ਵਾਈਟਾਂ ਦੇ ਵਿੱਚ ਕਹਿ ਰਹੇ ਨੇ ਕਿ ਜਿਹੜੇ ਤਾਂ ਇਹਨਾਂ ਦੇ ਨੇ ਉਹਨਾਂ ਨੂੰ ਤਾਂ ਹੇਠ ਦੀ ਲੰਘਾਇਆ ਜਾ ਰਿਹਾ ਹੈ ਤੇ ਦੂਜੇ ਇੱਥੇ ਕੜਕਦੀ ਧੁੱਪ ਦੇ ਵਿੱਚ ਖੜੇ ਆ। ਮੈਂ ਪਹਿਲਾਂ ਵੀ ਕਿਹਾ ਸੀ ਕਿ ਮਾਨ ਸਾਹਿਬ, ਜੇ ਤੁਸੀਂ ਬਾਕੀ ਲੋਕਾਂ ਦੀਆਂ ਸ਼ਿਕਾਇਤਾਂ ਵਾਸਤੇ ਹੋ, ਪਹਿਲਾਂ 2 ਮਹੀਨੇ ਐਸਐਸਪੀਆਂ ਨੂੰ ਤੇ ਡੀਸੀਆਂ ਨੂੰ ਕਹੋ ਉਹ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ। ਜੇ 2 ਮਹੀਨਿਆਂ ਤੋਂ ਬਾਅਦ ਉਹਨਾਂ ਦਾ ਹੱਲ ਨਾ ਨਿਕਲੇ, ਫਿਰ ਤੁਸੀਂ ਆਪਣੇ ਮੰਤਰੀਆਂ ਨੂੰ ਕਹੋ ਕਿ ਤੁਸੀਂ ਜ਼ਿਲ੍ਹਾ ਪੱਧਰ ਤੇ ਇਹ ਦਰਬਾਰ ਲਾਓ, ਤੇ ਜੇ ਫਿਰ ਵੀ ਹੱਲ ਨਾ ਨਿਕਲੇ ਤੇ ਫਿਰ ਤੁਸੀਂ ਆਪ ਕਰੋ। ਤੁਸੀਂ ਸਾਰੇ ਪੰਜਾਬ ਚੋਂ ਬੰਦੇ ਬੁਲਾ ਲਏ। ਪਹਿਲਾਂ ਲੋਕਾਂ ਨੂੰ ਇਹ ਤਾਂ ਦੱਸ ਦਿਓ ਕਿ ਜਿਹੜਾ ਤੁਹਾਡਾ ਭ੍ਰਿਸ਼ਟਾਚਾਰ ਵਾਲੇ ਫੋਨ ਤੇ ਕਿੰਨੀਆਂ ਸ਼ਿਕਾਇਤਾਂ ਆਈਆਂ ਹੁਣ ਤੱਕ, ਤੇ ਉਹਨਾਂ ਦੇ ਵਿੱਚੋਂ ਕਿੰਨੀਆਂ ਦਾ ਤੁਸੀਂ ਨਿਪਟਾਰਾ ਕਰਤਾ, ਕਿੰਨੀਆਂ ਬਕਾਇਆ ਖੜੀਆਂ ਨੇ, ਤੇ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਕਦੋਂ ਤੱਕ ਪੂਰੀਆਂ ਹੋ ਜਾਣਗੀਆਂ। ਜੇ ਤੁਸੀਂ ਇਹ ਕਰਦੇ ਹੋ ਤਾਂ ਮੈਂ ਸਮਝਦਾ ਵੱਡੀ ਗੱਲ ਹੋਵੇਗੀ। ਤੁਸੀਂ ਅੱਜ ਲਾ ਲਿਆ ਖੁੱਲਾ ਦਰਬਾਰ, ਤੇ ਫਿਰ ਡੀਸੀਆਂ ਤੇ ਐਸਐਸਪੀਆਂ ਨੂੰ ਪੁੱਛੋ ਜਿਹੜੇ ਸ਼ਿਕਾਇਤਾਂ ਚੱਕ ਕੇ ਤੁਹਾਡੇ ਕੋਲੇ ਆ ਗਏ। ਕਿਸੇ ਐਸਡੀਐਮ ਨੇ, ਡੀਐਸਪੀ ਨੇ, ਕਿਸੇ ਐਸਐਚਓ ਨੇ, ਕਿਸੇ ਐਸਐਸਪੀ ਨੇ, ਕਿਸੇ ਡੀਸੀ ਨੇ, ਕਿਸੇ ਡੀਆਈਜੀ ਜਾਂ ਆਈਜੀ ਨੇ, ਕਿਸੇ ਕਮਿਸ਼ਨਰ ਨੇ, ਕਿਸੇ ਡਿਵੀਜ਼ਨ ਦੇ ਕਮਿਸ਼ਨਰ ਨੇ, ਉਹ ਬਾਈਪਾਸ ਹੋ ਕੇ ਤੁਹਾਡੇ ਤੱਕ ਕਿਉਂ ਆ ਗਈਆਂ? ਇਹਦਾ ਮਤਲਬ ਇਹ ਹੁਣ ਤਾਂ ਤੁਸੀਂ ਬਦਲਤੇ, ਪੁਰਾਣੀਆਂ ਸਰਕਾਰਾਂ ਵਾਲੇ ਤਾਂ ਪਾਸੇ ਕਰਤੇ, ਨਵੇਂ ਲਾਤੇ। ਇਹਦਾ ਮਤਲਬ ਗੰਭੀਰਤਾ ਦੇ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਉਹ ਵੀ ਨਹੀਂ ਸੁਣਦੇ। ਤੁਹਾਡੇ ਕੋਲੇ ਸ਼ਿਕਾਇਤ ਕਿਉਂ ਆਵੇ ਜੇ ਤੁਹਾਡਾ ਹੇਠਲਾ ਅਮਲਾ ਫਲਾ ਕੰਮ ਕਰਨ ਵਾਲਾ ਹੋਵੇ? ਇੱਕ ਸਫਲ ਐਸਐਸਪੀ ਉਹ ਹੁੰਦਾ ਹੈ ਜਿਹਦਾ ਐਸਐਚਓ ਡੀਐਸਪੀ ਤੱਕ ਨਾ ਸ਼ਿਕਾਇਤ ਜਾਣ ਦੇਵੇ। ਜੇ ਰੱਬ ਨਾ ਕੀਤਾ ਡੀਐਸਪੀ ਕੋਲੇ ਆ ਜੇ
ਉਹ ਕਿਸੇ ਐਸਪੀ ਕੋਲੇ ਨਾ ਜਾਣ ਦੇਵੇ। ਜੇ ਐਸਪੀ ਕੋਲੇ ਵੀ ਆ ਜੇ ਤੇ ਉਹ ਐਸਐਸਪੀ ਤੱਕ ਨਾ ਜਾਣ ਦੇਵੇ। ਤੇ ਜੇ ਸ਼ਿਕਾਇਤ ਹੀ ਐਸਐਸਪੀ ਕੋਲੇ ਜਾਣੀ ਹੈ ਤੇ ਹੁਣ ਤਾਂ ਮੁੱਖ ਮੰਤਰੀ ਕੋਲੇ ਪਹੁੰਚ ਗਈਆਂ, ਤੇ ਫਿਰ ਆਹ ਫੌਜਾਂ ਵਿਚਾਲੇ ਕਾਹਦੇ ਵਾਸਤੇ ਲਾਈਆਂ ਹੋਈਆਂ ਨੇ? ਇਹਨਾਂ ਨੂੰ ਸਖਤੀ ਕਰੋ ਕਿ ਜਿਹੜੇ ਐਸਐਸਪੀ ਦੀ ਸ਼ਿਕਾਇਤ ਮੇਰੇ ਕੋਲੇ ਪਹੁੰਚ ਗਈ, ਮੇਰੇ ਮੰਤਰੀ ਕੋਲੇ ਪਹੁੰਚ ਗਈ, ਉਹ ਵਿਚਾਰ ਲਵੇ। ਤੁਸੀਂ ਅੱਜ ਇਹਨਾਂ ਦਾ ਖੂਨ ਬਦਲ ਦਿਓਗੇ, ਜਿਹੜਾ 70 ਸਾਲ ਦਾ ਖੂਨ ਇਹਨਾਂ 'ਚ ਤੁਸੀਂ ਅੱਜ ਵੀ ਯਤਨ ਕਰੋਗੇ, ਇਹਦੇ ਲਈ ਫਿਰ ਸਮਾਂ ਲੱਗੇਗਾ। ਇਹਨੂੰ ਸਰਲ ਕਰੋ। ਇੱਥੇ ਤੁਹਾਡੀ ਇਹ ਜਿਹੜੀ ਨਾਲ ਲਾਲ ਫੀਤਾਸ਼ਾਹੀ ਬੈਠੀ ਹੈ, ਇਹਨਾਂ ਨੇ ਹੁਣ ਤੱਕ ਇਹ ਸਾਰਾ ਕੰਮ ਵਿਗਾੜਨ ਵਾਲਾ ਕੀਤਾ ਹੈ। ਕਿਸੇ ਕੰਮ ਨੂੰ ਸਰਲ ਕਰਨ ਦਾ ਕੋਈ ਯਤਨ ਹੀ ਨਹੀਂ ਕੀਤਾ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, 1994 ਦੇ ਵਿੱਚ ਸਰਦਾਰ ਬੇਅੰਤ ਸਿੰਘ ਨੇ ਭਾਸ਼ਾ ਵਿਭਾਗ ਨੂੰ ਇੱਕ ਫਾਰਮ ਦਿੱਤਾ ਕਿ ਰਜਿਸਟਰੀ ਕਰਾਉਣ ਵਾਲਾ ਆਹ ਮਾਮਲਾ ਸਰਲ ਕਰ ਦਿਓ। ਕਰਨਾ ਕੀ ਹੈ? ਕਰਨਾ ਇਹ ਹੈ ਕਿ ਉੱਥੇ ਸਾਹਮਣੇ ਜਿਹੜੀ ਜ਼ਮੀਨ ਹੈ ਉਹ ਸ਼ੰਕਰ ਭਗਵਾਨ ਨੇ ਖਰੀਦਣੀ ਹੈ, ਵੇਚਣੀ ਰੀਨਾ ਧਮਾਨ ਨੇ ਹੈ। ਉਹਦੇ ਖੱਬੇ ਪਾਸੇ ਜਸਪਾਲ ਸਿੰਘ ਢਿੱਲੋਂ ਦੀ ਜ਼ਮੀਨ ਹੈ, ਉਹਦੇ ਸੱਜੇ ਪਾਸੇ ਗੁਰਪ੍ਰੀਤ ਸਿੰਘ ਗੋਲੇ ਦੀ ਜ਼ਮੀਨ ਹੈ। ਗੱਲ ਤਾਂ ਇੰਨੀ ਕੁ ਹੈ। ਇਹ ਚੀਜ਼ਾਂ ਹੁੰਦੀਆਂ ਨਹੀਂ। 1994 ਤੋਂ ਲੈ ਕੇ 22 ਆ ਗਿਆ, 22 ਸਾਲ ਉਹ ਤੇ 6 ਸਾਲ ਉਹ, 28 ਸਾਲ ਹੋ ਗਏ, ਅਜੇ ਤੱਕ ਉਹ ਪ੍ਰੋਫਾਰਮਾ ਨਹੀਂ ਬਣਿਆ। ਪੁਲਿਸ ਦੀਆਂ ਜਿੰਨੀਆਂ FIR ਨੇ ਸਾਰੀਆਂ ਉਰਦੂ ਭਾਸ਼ਾ 'ਚ ਲਿਖੀਆਂ ਜਾਂਦੀਆਂ ਨੇ। ਇਹ ਕਹਿਣਗੇ ਉਹ ਮੇਰੇ ਕੋਲ ਸਾਈਕਲ ਪਰ ਚੜ੍ਹ ਕੇ ਆਇਆ। ਦੂਜੇ ਪਾਸੇ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਲਿਖੀਆਂ ਜਾਂਦੀਆਂ ਨੇ ਉਹ ਅਜੇ ਤੱਕ ਭਾਸ਼ਾ ਉਰਦੂ ਹੈ। ਸਜਾਈ ਵਿਭਾਗ ਲੋਕਾਂ ਨੂੰ ਚਿੱਠੀ ਜਾਰੀ ਕਰਦਾ ਉਰਦੂ ਭਾਸ਼ਾ 'ਚ ਹੈ, ਤੇ ਜਿਹੜੀਆਂ 66 ਤੋਂ ਲੈ ਕੇ ਜਿਨ੍ਹਾਂ ਨੇ ਸੂਬੀ ਬਣਾਈ ਤੇ 5 ਵਾਰੀ ਮੁੱਖ ਮੰਤਰੀ ਬਣੇ, ਉਹਨਾਂ ਨੂੰ ਨਜ਼ਰ ਨਹੀਂ ਆਇਆ। ਤੇ ਉਹਨਾਂ ਦੇ ਨਾਲ ਜਿਹੜੇ ਦੂਜੇ ਬਣੇ, ਭਾਵੇਂ ਗਿਆਨੀ ਜੈਲ ਸੋ ਹੋਣ, ਦਰਬਾਰਾ ਸਿੰਘ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਬੀਬੀ ਰਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ। ਅਕਾਲੀਆਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ, ਸੁਰਜੀਤ ਸਿੰਘ ਬਰਨਾਲਾ। ਇਹ ਤੋਂ ਇਲਾਵਾ ਜਿਹੜੇ ਪਹਿਲਾਂ ਬਣੇ, ਗੁਰਮੁਖ ਸਿੰਘ ਮੁਸਾਫਰ, ਲਛਮਣ ਸਿੰਘ ਗਿੱਲ ਤੇ ਹੋਰ, ਇਹਨਾਂ ਸਾਰਿਆਂ ਨੇ ਇਹ ਭਾਸ਼ਾ ਬਦਲਣ ਦਾ ਯਤਨ ਕਿਉਂ ਨਹੀਂ ਕੀਤਾ? ਪਿੰਡਾਂ ਦੇ ਨਾਂ ਬਦਲਤੇ ਇਹਨਾਂ ਨੇ। ਆ ਜਿਹੜੀਆਂ ਵੱਡੀਆਂ ਕੰਪਨੀਆਂ ਦੀਆਂ ਠੰਡੇ ਕਮਰਿਆਂ ਦੇ ਵਿੱਚ ਬੀਬੀਆਂ ਬੈਠ ਕੇ ਅੰਗਰੇਜ਼ੀ ਤੋਂ ਟਰਾਂਸਲੇਟ ਕਰਦੇ ਨੇ, ਤਰਜਮਾ ਕਰਦੇ ਨੇ, ਤੇ ਕਦੇ ਕਿਸੇ ਮੰਤਰੀ ਨੂੰ, ਪਿਛਲੇ ਨੂੰ ਨਾ ਮੌਜੂਦਾ ਨੂੰ ਦਿਸੇ ਹੀ ਨਹੀਂ। ਅਸੀਂ ਗੱਲਾਂ ਲੋਕ ਭਾਸ਼ਾ ਦੇ ਵਿੱਚ ਕਰਦੇ ਹਾਂ ਤੇ ਕੌੜੀਆਂ ਕਰਦੇ ਹਾਂ। ਮੈਂ 3 ਦਿਨ ਪਹਿਲਾਂ ਲੁਧਿਆਣੇ ਗਿਆ, ਫੋਕਲ ਪੁਆਇੰਟ ਨੂੰ ਲਿਖਿਆ ਵਾ ਫੋਕਲ ਪੁਆਇੰਟ, ਪੱਪੇ ਨੂੰ ਕਨੌੜਾ, ਉੱਤੇ ਬਿੰਦੀ, ਈੜੀ ਨੂੰ ਸਿਹਾਰੀ ਟੈਂਕਾ। ਵਾਹ ਮਾਂ ਦੇ ਪੁੱਤੋ। ਬੜਮਾਲੀ ਸੂਬੀ, ਇਦੋਂ ਤਾਂ ਸਾਡਾ ਇਕੱਠਾ ਪੰਜਾਬ ਹੁੰਦਾ ਤਾਂ ਅੱਜ ਜਿਹੜਾ ਬਿਜਲੀ ਦਾ ਸੰਕਟ ਪੰਜਾਬ ਤੇ ਪਿਆ ਨਾ ਪੈਂਦਾ। 10,000 ਮੈਗਾਵਾਟ ਅੱਜ ਵੀ ਹਿਮਾਚਲ ਦੇ ਵਿੱਚ ਸਮਰੱਥ ਹੈ ਪਾਣੀ ਤੋਂ ਜੀ, ਜਿਹਦੇ ਤੇ ਕੋਈ ਖਰਚਾ ਨਹੀਂ ਸੀ। ਉਹਨਾਂ 1.5-2 ਰੁਪਏ ਤੇ ਆਉਂਦੀ। ਤੇ ਖੱਟਿਆ ਕੀ ਸੀ? ਮਾਨ ਸਾਹਿਬ ਭਾਵੇਂ ਖੁੱਲਾ ਦਰਬਾਰ ਕਰ ਲਓ, ਤੁਸੀਂ ਉਹਨੂੰ ਜਨਤਾ ਦਰਬਾਰ ਕਰ ਲਿਆ, ਸੰਗਤ ਦਰਸ਼ਨ ਕਰ ਲਓ, ਇਹਦੇ ਨਾਂ ਬਦਲ ਲਿਓ।
ਨਾ ਅਧਿਕਾਰੀ ਬਦਲੇ ਹੈ। ਤੇ ਮੈਨੂੰ ਯਾਦ ਆਉਂਦੀ ਹੈ ਸ਼ੋਲੇ ਫਿਲਮ ਵਾਲੇ ਅਸਰਾਨੀ ਦੀ ਗੱਲ, ਜਿਹੜਾ ਜੇਲਰ ਹੁੰਦਾ ਸੀ, कहता जब तक हम नहीं बदले ये कैसे बदलेंगे, अब तक तो हम नहीं बदले। तो इन्हां अधिकारियों ने तुहानूं उलझा के रख देना। मेरी हथ जोड़ के बेनती है कि सारे खिलारे पाउण दी थां ते कोई 2 ਜਾਂ 3 मसले चक लो, उन्हां नूं सिरे ला दिओ। एक बारी लोकां नूं पिछले कोड़ तो राहत मिल जावे, भावें वो सिक्ख्या ते सेहत ही लै लो, एक ला ते ऑर्डर लै लो, नशिਆਂ ਨੂੰ ਲੈ ਲਓ, 4 ਮੁੱਦੇ ਕਰ ਲਓ। ਇਹਨਾਂ 4 ਮੁੱਦਿਆਂ ਤੇ ਰਿਜ਼ਲਟ ਕਰ ਦਿਓ ਪੰਜਾਬ ਨੂੰ, ਲੋਕ ਤੁਹਾਨੂੰ ਵਾਹਵਾ ਕਰਨਗੇ। ਨਹੀਂ ਤਾਂ ਤੁਹਾਡੇ ਤੇ ਉਹਨਾਂ ਦੇ ਵਿੱਚ ਫਰਕ ਨਾ ਦੀ ਕੋਈ ਚੀਜ਼ ਨਹੀਂ। ਅੱਜ ਜੇ ਤੁਸੀਂ ਸੱਦ ਕੇ ਆ ਬੈਲ ਮੁਝੇ ਮਾਰ ਤੇ ਆਪ ਦੇ ਖਿਲਾਫ ਨਾਅਰੇਬਾਜ਼ੀ ਆਪ ਹੀ ਕਰਾਈ ਜਾਂਦੇ ਹੋ। ਜੀ ਜੀ ਢਿੱਲੋਂ ਜੀ, ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਬਜ਼ਾ ਛੁਡਾਊ ਮੁਹਿੰਮ ਦੇ ਖਿਲਾਫ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਨੂੰ ਉਜਾੜਨ ਤੇ ਲੱਗੀ ਹੋਈ ਹੈ। ਜਿਨ੍ਹਾਂ ਲੋਕਾਂ ਨੇ ਕਈ ਸਾਲਾਂ ਦੇ ਉੱਤੇ ਆਪਣੇ ਘਰ ਵੀ ਬਣਾ ਲਏ ਨੇ, ਉਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਵੀ ਇਹ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ। ਉਹ ਇਹ ਕਹਿੰਦੇ ਨੇ ਉਜਾੜਿਆ ਜਾ ਰਿਹਾ ਹੈ, ਲੋਕ ਇਹ ਕਹਿੰਦੇ ਨੇ ਕਿ ਫਿਕਰ ਪੈ ਗਿਆ। ਇਹਨਾਂ ਚੋਂ ਕਈਆਂ ਨੇ ਜ਼ਮੀਨਾਂ ਹੜੱਪੀਆਂ ਵੀਆਂ ਨੇ। ਲੋਕਾਂ ਦੇ ਵਿੱਚ ਤਾਂ ਸ਼੍ਰੋਮਣੀ ਕਮੇਟੀ ਵਾਲਾ ਵੀ ਆ ਗਿਆ, ਜਿਹੜੀ 9 ਮੈਂਬਰੀ ਕਮੇਟੀ ਬਣੀ ਹੈ। ਇਹ ਪ੍ਰਧਾਨ ਸਾਹਿਬ ਕੋਲੇ ਬਹਿ ਕੇ ਇਹ ਵੀ ਕਹਦੇ ਵੀ ਜਿਨ੍ਹਾਂ ਨੇ ਇਹ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਤੇ ਕਬਜ਼ਾ ਕੀਤਾ ਵਾ, ਜਿਹੜੇ ਇੱਥੇ ਬੈਠੇ ਨੇ ਉਹਨਾਂ ਚੋਂ ਕੋਈ ਹੈ ਤਾਂ ਨਹੀਂ। ਇਹ ਸ਼੍ਰੋਮਣੀ ਅਕਾਲੀ ਦਲ ਦਾ ਅੰਦਰਲੀ ਚੀਜ਼ ਪੈਦਾ ਹੋਈ ਹੈ, ਕਿਉਂਕਿ ਜ਼ਮੀਨਾਂ ਹੜੱਪਣ ਦੇ ਵਿੱਚ ਇਹਨਾਂ ਵਾਲੇ ਵੀ ਸ਼ਾਮਲ ਨੇ, ਜ਼ਮੀਨਾਂ ਹੜੱਪਣ ਦੇ ਵਿੱਚ ਕਾਂਗਰਸੀ ਵੀ ਸ਼ਾਮਲ ਨੇ। ਇਹ ਤਾਂ ਅੰਦਰਲੀ ਹੂਕ ਆਈ ਹੈ ਬਹੁਤ ਵੱਡੀ ਪੱਧਰ ਦੇ ਉੱਤੇ। ਜਿਵੇਂ ਉਹ ਲਿਖਿਆ ਸੀ ਨਾ, ਇੱਕ ਗੱਡੀ ਦੇ ਪਿੱਛੇ ਇੱਕ ਦਰਖਤ ਦੇ ਥੱਲੇ ਇੱਕ ਨੌਜਵਾਨ ਔਰਤ ਬੈਠੀ ਹੈ ਤੇ ਥੱਲੇ ਲਿਖਿਆ ਕਿ ਤੇ ਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ। ਇਹ ਉਹਨਾਂ ਨੂੰ ਯਾਦ ਕਰਾ ਰਹੇ ਨੇ ਕਿ ਅਸੀਂ ਤਾਂ ਤੁਹਾਡੇ ਵਾਸਤੇ ਬਹੁਤ ਕੁਝ ਕੀਤਾ ਸੀ, ਇਹ ਭਗਵੰਤ ਮਾਨ ਤੁਹਾਨੂੰ ਉਜਾੜਨ ਲੱਗਿਆ ਜੀ। ਤੇ ਜੇ ਪੰਜਾਬ ਦੀ ਜ਼ਮੀਨ ਤੁਸੀਂ ਹੜੱਪੀ ਵੀ ਹੈ, ਅੱਜ ਸਰਕਾਰ ਉਹਨੂੰ ਖਿਲਾਉਣਾ ਚਾਹੁੰਦੀ ਹੈ, ਛਡਾਉਣਾ ਚਾਹੁੰਦੀ ਹੈ, ਇਹਦੇ ਵਿੱਚ ਤੁਹਾਨੂੰ ਤਕਲੀਫ ਕਾਹਦੀ ਹੋ ਗਈ ਹੈ? ਇਹ ਤੁਸੀਂ ਐਡੀ ਤਕਲੀਫ ਦੇ ਵਿੱਚ ਕਾਹਤੋਂ ਆ ਗਏ ਹੋ? ਕਿਉਂਕਿ ਅੰਗਲੀਆਂ ਸੰਗਲੀਆਂ ਇਹਨਾਂ ਦੀਆਂ ਵੀ ਨੇ ਜਿਹੜੀਆਂ ਇਹ ਜ਼ਮੀਨ ਦੱਬੀ ਬੈਠੀਆਂ ਨੇ। ਜੇ ਇਸ ਪਾਸੇ ਪੰਜਾਬ ਦਾ ਪੰਚਾਇਤ ਮੰਤਰੀ ਗਿਆ ਤਾਂ ਬਿਲਕੁਲ ਸਹੀ ਗਿਆ, ਪੰਜਾਬ ਦਾ ਮੁੱਖ ਮੰਤਰੀ ਵੀ ਸਹੀ ਗਿਆ ਹੈ। ਇਹ ਚੀਜ਼ਾਂ ਤੇ ਹੁਣ ਮਗਰਮੱਛ ਦੇ ਹੰਝੂ ਨਾ ਵਹਾਓ ਕਿ ਅਸੀਂ ਮੋਰਚੇ ਲਾ ਦਿਆਂਗੇ, ਫਲਾਨਾ ਕਰ ਦਿਆਂਗੇ, ਢਿਮਕਾ ਲਾ ਦਿਆਂਗੇ। ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਹੁੰਦੀ ਸੀ। ਲੋਕ ਤੁਹਾਡੇ ਬਾਰੇ ਜਾਣ ਚੁੱਕੇ ਨੇ। ਜੇ ਕਿਤੇ ਨਜਾਇਜ਼ਤਾ ਹੁੰਦੀ ਹੈ ਤਾਂ ਅਕਾਲੀ ਦਲ ਵੀ, ਕਾਂਗਰਸ ਸਾਰੇ ਅੱਗੇ ਆ ਸਕਦੇ ਹੈ। ਜੇ ਲੋਕਾਂ ਨੂੰ ਲੱਗੇਗਾ ਕਿ ਅਕਾਲੀ ਦਲ ਨੇ ਮਸਲਾ ਸਹੀ ਠਾਇਆ ਹੈ ਔਰ ਸਹੀ ਰੂਪ ਦੇ ਵਿੱਚ ਇਹਦੇ ਨਾਲ ਧੱਕਾ ਹੋ ਰਿਹਾ ਹੈ, ਪੰਜਾਬੀ ਕਦੇ ਵੀ ਧੱਕਾ ਬਰਦਾਸ਼ਤ ਨਹੀਂ ਕਰਦੇ, ਉਹ ਭਾਵੇਂ ਅਕਾਲੀ ਦਲ ਦੇ ਰੂਪ 'ਚ ਹੋਣ, ਕਾਂਗਰਸ ਦੇ ਰੂਪ 'ਚ ਵਿੱਚ ਹੋਣ, ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਹੋਣ ਜਾਂ ਬੀਜੇਪੀ ਦੇ ਰੂਪ ਦੇ ਵਿੱਚ ਹੋਣ। ਜੇ ਤਾਂ ਤੁਸੀਂ ਸਹੀ ਮਾਮਲੇ ਤੇ ਜਾਓਗੇ, ਲੋਕ ਨਾਲ ਖੜਨਗੇ। ਤੇ ਜੇ ਫਿਰ ਤੁਹਾਡੇ ਚਹੇਤਿਆਂ ਨੇ ਦੱਬੀਆਂ ਹੋਈਆਂ ਜ਼ਮੀਨਾਂ ਨੇ, ਉਹਨਾਂ ਵਾਸਤੇ ਤੁਹਾਡੇ ਅੰਦਰੋਂ ਜਿਹੜੀ ਹੂਕ ਨਿਕਲੀ ਹੈ, ਇਹ ਹੂਕ ਕੋਈ ਬੜੇ ਮਾਇਨੇ ਨਹੀਂ ਰੱਖਦੀ। ਜੀ ਜੀ ਢਿੱਲੋਂ ਜੀ, ਸੁਰਜੀਤ ਜਿਆਣੀ ਦਾ ਕਹਿਣਾ ਕਿ ਜਾਖੜ ਹੋਵੇ, ਰਾਹੁਲ ਹੋਵੇ ਜਾਂ ਹੋਵੇ ਸੋਨੀਆ ਗਾਂਧੀ, ਜੋ ਵੀ ਸਾਡੀ ਪਾਰਟੀ 'ਚ ਆਉਣਾ ਚਾਹੁੰਦਾ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਅੱਜ ਤੱਕ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੀ ਪਿਛਲੱਗ ਬਣ ਕੇ ਸੱਤਾ ਦਾ ਆਨੰਦ ਭੋਗਦੀ ਰਹੀ ਹੈ ਜੀ। ਇਸ ਕਰਕੇ ਉਹਨਾਂ ਦਾ ਆਪ ਦਾ ਤਾਂ ਕੋਈ ਬਹੁਤਾ ਹੈ ਨਹੀਂ। ਜੋ ਹੈ ਸੋ ਰਾਜੀ ਜਾਵੇ। ਉਹ ਕਹਿੰਦੇ ਜਿਹੜਾ ਮਰਜੀ ਆ ਜੇ, ਸਾਡੇ ਤਾਂ ਇੱਥੇ ਸਾਰੇ ਮਨਜ਼ੂਰ ਨੇ। ਪੁਰਾਣੇ ਜ਼ਮਾਨੇ ਦੇ ਵਿੱਚ ਕਿਹਾ ਜਾਂਦਾ ਸੀ ਕਿ ਬੰਦਾ 30-40 ਸਾਲ ਨਹੀਂ 50 ਸਾਲ ਦਾ ਛੜਾ ਤੁਰਿਆ ਫਿਰਦਾ ਹੈ ਤੇ ਉਹਨੂੰ ਪੁੱਛਿਆ ਜਾਂਦਾ, ਉਹ ਅੰਕਲ ਤੇਰਾ ਸਾਗ ਕਰਾ ਦਈਏ? ਹਾਂ ਭਾਈ, ਇੰਨੀ ਕਹਾਣੀ ਸਾਰੀ ਕਬੂਲ ਹੈ, ਲਿਆ ਸਹੀ। ਤੇ ਉਹ ਗੱਲ ਇਹ ਕਰਦੇ ਨੇ।
ਕਿ ਜਿਹੜਾ ਮਰਜੀ ਆ ਜੇ, ਡੁੱਡਾ ਆ ਜੇ, ਲੰਗੜਾ ਆ ਜੇ, ਸੁਜਾਖਾ ਆ ਜੇ, ਅੰਨਾ ਆ ਜੇ, ਸਾਰੇ ਮਨਜ਼ੂਰ ਨੇ। ਭਾਵੇਂ ਜਾਖੜ ਲੈ ਆਓ, ਭਾਵੇਂ ਕੋਈ ਹੋਰ ਲੈ ਆਓ, ਸਾਡੇ ਵਾਸਤੇ ਸਾਰੇ ਮਨਜ਼ੂਰ ਨੇ, ਕਿਉਂਕਿ ਤੁਰਨਾ ਅਸੀਂ ਜ਼ੀਰੋ ਤੋਂ ਹੈ ਜੀ। ਆਪਣਾ ਤਾਂ ਹੈ ਨਹੀਂ। ਹੋ ਸਕਦਾ ਦੂਜੇ ਦੇ ਘਦਾੜੇ ਚੜ੍ਹ ਕੇ ਅਸੀਂ ਅਗਲੇ ਪਾਸੇ ਲੰਘ ਜਾਈਏ। ਭਾਰਤੀ ਜਨਤਾ ਪਾਰਟੀ ਦੇ ਮਨਸੂਬੇ ਪੰਜਾਬ ਵਾਸਤੇ ਬਹੁਤ ਸਪਸ਼ਟ ਨੇ। ਉਹ ਚਾਹੁੰਦੇ ਨੇ ਪੰਜਾਬ ਦੇ ਵਿੱਚ ਆਪਣਾ ਪੈਰ ਲਾਉਣਾ, ਤੇ ਉਹ ਇਕੱਲੇ ਤੌਰ ਤੇ ਵੀ ਕਹਿੰਦੇ ਨੇ। ਪਿੱਛੇ ਦੁਸ਼ਯੰਤ ਗੌਤਮ ਉਹਨਾਂ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਇੱਥੇ ਆਏ ਸਨ। ਪੰਜਾਬ ਮਾਮਲਿਆਂ ਦੇ ਇੰਚਾਰਜ ਨਹੀਂ, ਸੀਨੀਅਰ ਆਗੂ ਨੇ। ਪੰਜਾਬ ਮਾਮਲਿਆਂ ਦੇ ਇੰਚਾਰਜ ਤਾਂ ਇਹਨਾਂ ਦੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ। ਉਹ ਕਹਿੰਦੇ ਕਿ ਅਸੀਂ ਕੈਪਟਨ ਢੀਂਡਸੇ ਨਾਲ ਨਹੀਂ ਰਲਣਾ, ਅੱਜ ਤੱਕ ਇਕੱਲਿਆਂ ਨੇ ਚੋਣ ਲੜਨੀ ਹੈ। ਲੜ ਲਓ ਭਾਈ, ਕੌਣ ਹਟਾਉਂਦਾ ਤੁਹਾਨੂੰ ਇਕੱਲਿਆਂ ਨੂੰ। ਸੋ ਉਮੀਦ ਹੈ ਕਿ ਇਹ ਅੱਗੇ ਕੀ ਕਰਦੇ ਆ, ਕੀ ਨਹੀਂ ਕਰਦੇ। ਜਾਖੜ ਨੇ ਕਾਂਗਰਸ ਛੱਡਤੀ ਹੈ, ਐਲਾਨ ਕਰਤਾ, ਅੱਜ ਦਿੱਲੀ ਨੂੰ ਰਵਾਨਾ ਹੋ ਗਏ ਨੇ। ਅੱਗੇ ਜਾਖੜ ਨੇ ਦੇਖਣਾ ਉਹਨੇ ਕਿਹੜੀ ਗੱਡੀ 'ਚ ਚੜ੍ਹਨਾ ਹੈ। ਗੱਡੀਆਂ ਇੱਥੇ ਪੰਜਾਬ ਦੀ ਧਰਤੀ ਤੇ ਇਸ ਵੇਲੇ ਕਈ ਤੁਰੀਆਂ ਫਿਰਦੀਆਂ ਨੇ। ਕਿਹੜੀ ਗੱਡੀ ਦੇ ਵਿੱਚ ਸੌਖਿਆਂ ਬੈਠਿਆ ਜਾਂਦਾ ਹੈ ਜਾਂ ਗਾਹਾਂ ਜਾ ਕੇ ਕਿਸੇ ਮੰਜ਼ਿਲ ਤੇ ਉਹ ਗੱਡੀ ਪਹੁੰਚਾਊਗੀ ਵੀ, ਇਹ ਤਾਂ ਸਮਾਂ ਦੱਸੇਗਾ। ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਮਿਹਰਬਾਨੀ, ਮਿਹਰਬਾਨੀ, ਸ਼ੁਕਰੀਆ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।